हेलो माय डियर फ्रेंड्स। आज ਅਸੀਂ ਪੜਾਂਗੇ ਡੈਲੀਕੁਐਂਟ ਚਿਲड्रन ਦੇ मीनिंग, ਡੈਫੀਨੇਸ਼ਨਸ ਤੇ ਕਰੈਕਟਰਿਸਟਿਕਸ ਦੇ ਬਾਰੇ। ਸਭ ਤੋਂ ਪਹਿਲਾਂ ਇਸ ਦੇ मीनिंग ਦੀ ਗੱਲ ਕਰਦੇ ਹਾਂ ਕਿ ਐਵਰੀ ਸੋਸਾਇਟੀ ਹੈਜ਼ ਇਟਸ ਸੋਸ਼ਲ ਐਂਡ ਨਾਰਮਲ ਨੋਰਮਸ। ਹਰ ਸੋਸਾਇਟੀ ਦੇ ਵਿੱਚ ਰਹਿਣ ਦੇ ਲਈ ਕੁਝ ਨੋਰਮਸ ਹੁੰਦੇ ਨੇ। It persuades its members to follow these norms strictly by framing legal laws and codes of conduct। और ਉਹਨਾਂ ਨੋਰਮਸ ਨੂੰ ਫੋਲੋ ਕਰਨ ਦੇ ਲਈ ਕੁਝ ਕਾਨੂੰਨ ਬਣਦੇ ਨੇ, ਕੋਡ ਆਫ ਕੰਡਕਟ ਬਣਦਾ ਹੈ ਜਿਸ ਨੂੰ ਕਿ ਹਰ ਇੱਕ ਵਿਅਕਤੀ ਨੂੰ ਫੋਲੋ ਕਰਨਾ ਚਾਹੀਦਾ ਹੈ। The behavior which is contrary to these norms is referred to as anti-social behavior। और जो लोग ਇਹਨਾਂ norms ਨੂੰ, ਇਹਨਾਂ codes ਨੂੰ, ਇਹਨਾਂ ਕਾਨੂੰਨਾਂ ਨੂੰ ਨਹੀਂ ਮੰਨਦੇ ਉਸ behavior ਨੂੰ anti-social behavior ਕਿਹਾ ਜਾਂਦਾ ਹੈ। And crime, and when this type of behavior is exhibited by the adolescents। और ਜਦੋਂ ਇਸ ਤਰ੍ਹਾਂ ਦਾ ਕੋਈ behavior anti-social behavior ਕੋਈ adolescent ਕਰਦਾ ਹੈ, ਕੋਈ teenage ਦਾ ਬੱਚਾ ਕਰਦਾ ਹੈ, this act is termed as juvenile delinquency। ਤਾਂ ਫਿਰ ਉਸਨੂੰ juvenile delinquency ਕਿਹਾ ਜਾਂਦਾ ਹੈ। These juveniles are called minors with major problems। ਇਹਨਾਂ ਨੂੰ ਮਾਈਨਰ ਕਿਹਾ ਜਾਂਦਾ ਕਿਉਂਕਿ ਇਹਨਾਂ ਦੀ ਏਜ ਘੱਟ ਹੁੰਦੀ ਹੈ, ਐਡਲਟ ਨਹੀਂ ਹੁੰਦੇ ਔਰ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਇਸ ਕਰਕੇ ਮਾਈਨਰਸ ਵਿਦ ਮੇਜਰ ਪ੍ਰੋਬਲਮਸ ਕਿਹਾ ਜਾਂਦਾ ਹੈ। They violate the law and commit offenses such as theft, gambling, cheating, violence, destruction of property। ਇਹ ਲੋਕ ਜਾਂ ਬੱਚੇ ਜਿਹੜੇ ਹੈ ਉਹ ਵਾਇਲੇਟ ਕਰਦੇ ਨੇ, ਲਾਅ ਨੂੰ ਤੋੜਦੇ ਨੇ ਔਰ ਕਈ ਚੀਜ਼ਾਂ ਗਲਤ ਕੰਮ ਕਰਦੇ ਨੇ, ਜਿਵੇਂ ਚੋਰੀ ਕਰਨਾ, ਜੂਆ ਖੇਲਣਾ, ਧੋਖਾ ਦੇਣਾ, ਵਾਇਲੈਂਸ ਕਰਨਾ, डिस्ट्रक्शन ऑफ प्रॉपर्टी ਨੂੰ ਨੁਕਸਾਨ ਪਹੁੰਚਾਣਾ ਆਦि। Therefore juvenile delinquency should be taken as red signal। ਇਸ ਕਰਕੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਰੈਡ ਸਿਗਨਲ ਹੈ ਸੋਸਾਇਟੀ ਦੇ ਲਈ। If they are not handled properly then they become permanent headache to the society। ਇਸ ਲਈ ਰੈਡ ਸਿਗਨਲ ਜਿਹੜਾ ਹੈ ਇਸ ਨੂੰ ਬਹੁਤ ਜਲਦੀ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਇਸ ਦੇ ਵੱਲ ਔਰ ਇਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਸਮਾਜ ਦੇ ਲਈ ਬਹੁਤ ਜ਼ਿਆਦਾ ਸਿਰਦਰਦ ਬਣ ਜਾਂਦੇ ਨੇ। ਨੈਕਸਟ ਆਪਾਂ ਗੱਲ ਕਰਾਂਗੇ ਹੁਣ ਡੈਫੀਨੇਸ਼ਨਸ ਦੇ ਬਾਰੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅਕੋਰਡਿੰਗ ਟੂ ਸੀ ਬਰਟ। ਇਸਨੇ ਕਿਹਾ a child is to be regarded as technically delinquent when his antisocial tendencies appear so grave that he becomes or ought to become the subject of official action। ਇਸਨੇ ਕਿਹਾ ਕਿ ਇੱਕ ਜਿਹੜਾ ਬੱਚਾ ਹੈ ਉਸਨੂੰ ਆਪਾਂ ਟੈਕਨੀਕਲੀ ਡੈਲੀਕੁਐਂਟ ਉਦੋਂ ਕਹਿੰਦੇ ਆ ਜਦੋਂ ਉਸਦੀਆਂ ਐਂਟੀ ਸੋਸ਼ਲ ਜਿਹੜੀ ਟੈਂਡੈਂਸੀਜ਼ ਹੈ ਜਾਂ ਐਕਟੀਵਿਟੀਜ਼ ਹੈ ਉਹ ਇੰਨੀਆਂ ਜ਼ਿਆਦਾ ਹੋ ਜਾਂਦੀਆਂ ਨੇ ਜਿਸ ਦੇ ਅੰਦਰ ਉਸਨੂੰ ਜਾਂ ਤਾਂ ਸਜ਼ਾ ਮਿਲ ਗਈ ਜਾਂ ਫਿਰ ਉਸਨੂੰ ਸਜ਼ਾ ਹੋ ਸਕਦੀ ਹੈ। ਨੈਕਸਟ ਡੈਫੀਨੇਸ਼ਨ ਆਪਾਂ ਕਰਾਂਗੇ ਅਕੋਰਡਿੰਗ ਟੂ ਸਕਿਨਰ। juvenile delinquency is defined as the violation of a law that if committed by an adult would be a crime। इसका मतलब ये है कि juvenile delinquency उसਨੂੰ कहने हैं कि ਜਦੋਂ ਕੋਈ ਬੜਾ ਵਿਅਕਤੀ ਅਗਰ ਉਸਨੂੰ ਕੋਈ adult ਜਿਹੜਾ ਹੈ ਅਗਰ ਉਸਨੂੰ ਕਰਦਾ ਹੈ ਤਾਂ ਫਿਰ ਉਹ ਉਸਨੂੰ ਆਪਾਂ ਸਜ਼ਾ ਦੇ ਸਕਦੇ ਹਾਂ। ਤਾਂ ਜਦੋਂ ਕੋਈ ਬੱਚਾ ਇਹੋ ਜਿਹਾ ਕੰਮ ਕਰਦਾ ਹੈ ਤਾਂ ਆਪਾਂ ਉਸਨੂੰ delinquency juvenile delinquency ਕਹਿੰਦੇ ਹਾਂ। ਨੈਕਸਟ ਹੈ characteristics of delinquents। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫਿਜ਼ੀਕਲ ਕਰੈਕਟਰਿਸਟਿਕਸ ਦੇ ਵਿੱਚ। ਫਿਜ਼ੀਕਲ ਦੇ ਵਿੱਚ ਇਹ ਜਿਹੜੇ ਬੱਚੇ ਨੇ ਇਹ ਮਸਕੂਲਰ ਐਂਡ ਬੋਲਡ ਹੁੰਦੇ ਨੇ, ਸੈਲਫ ਅਸੈਸਡ ਰੂਥਲੈਸ ਹੁੰਦੇ ਨੇ, ਹੈਵੀ ਮਸਕੂਲਰ ਡਿਵੈਲਪਮੈਂਟ ਹੁੰਦੀ ਹੈ ਐਂਡ ਹਾਰਡ ਬਾਡੀ ਹੁੰਦੀ ਹੈ। ਮਤਲਬ ਓਵਰਆਲ ਅਸੀਂ ਕਹਿ ਸਕਦੇ ਹਾਂ ਕਿ ਸਿਹਤ ਦੇ ਪੱਖੋਂ ਇਹ ਬੱਚੇ ਅੱਛੇ ਹੁੰਦੇ ਨੇ। ਨੈਕਸਟ ਹੈ ਸਾਈਕੋਲੋਜੀਕਲ ਕਰੈਕਟਰਿਸਟਿਕਸ। ਇਸ ਦੇ ਵਿੱਚ ਆਏਗਾ ਦੇ ਆਰ ਲੈਸ ਮੈਥੋਡੋਲਿਕਲ ਇਨ देयर ਅਪਰੋਚ ਟੂ ਸੋਲਵ ਦ ਪ੍ਰੋਬਲਮ। ਕਿਸੇ ਪ੍ਰੋਬਲਮ ਨੂੰ ਇਹ ਪੂਰੇ ਪ੍ਰੋਪਰਲੀ ਮੈਥਡ ਦੇ ਲਗਾਉਣ ਨਾਲ ਸੋਲਵ ਨਹੀਂ ਕਰ ਸਕਦੇ। ਮੋਸਟਲੀ ਆਪਰੇਟ ਔਨ ਕੰਕਰੀਟ ਲੈਵਲਸ। ਮੂਰਤ ਚੀਜ਼ਾਂ ਤੇ ਜਾਂ ਮੂਰਤ ਲੈਵਲ ਤੇ ਸੋਚਦੇ ਨੇ, ਅਮੂਰਤ ਔਰ ਅਬਸਟਰੈਕਟ ਥਿੰਕਿੰਗ ਨਹੀਂ ਕਰ ਸਕਦੇ। देयर एंजाइटी लेवल इज वेरी हाई। नेक्स्ट इज माल एडजस्टेड। दे क्रिएट डिफिकल्टीज फॉर अदर्स एंड फॉर देमसेल्व्स आल्सो। ਇਹ ਬੱਚੇ ਮਾਲ ਐਡਜਸਟ ਹੁੰਦੇ ਨੇ ਔਰ ਆਪਣੇ ਲਈ ਔਰ ਦੂਸਰਿਆਂ ਦੇ ਲਈ ਪ੍ਰੋਬਲਮ ਕ੍ਰੀਏਟ ਕਰਦੇ ਨੇ। ਹੋਸਟਾਈਲ ਐਂਡ ਰੈਬੇਲੀਅਸ ਅਗੇਂਸਟ ਪੇਰੈਂਟਸ, ਟੀਚਰਸ ਐਂਡ ਅਦਰ ਮੈਂਬਰਸ ਆਫ ਦ ਸੋਸਾਇਟੀ। ਇਹ ਬੱਚੇ ਜਿਹੜੇ ਹੈ ਉਹ ਕ੍ਰਾਂਤੀਕਾਰੀ ਜਾਂ ਰੈਬੇਲੀਅਸ ਹੁੰਦੇ ਨੇ, ਵਿਦਰੋਹ ਕਰਦੇ ਨੇ ਪੇਰੈਂਟਸ ਦੇ ਖਿਲਾਫ, ਟੀਚਰਸ ਦੇ ਖਿਲਾਫ ਔਰ ਹੋਰ ਜਿਹੜੇ ਮੈਂਬਰ ਸੋਸਾਇਟੀ ਦੇ ਉਹਨਾਂ ਦੇ ਖਿਲਾਫ। ਸਮਟਾਈਮਸ ਕਮਿਟ ਅ ਕ੍ਰਾਈਮ ਜਸਟ ਫॉर अ फन। कई बार ये कुछ गलत काम करते हैं या क्राइम करते हैं सिर्फ फन के लिए, इंजॉय करने के लिए, विद द इंटेंट टू डिराइव इंजॉयमेंट एंड सैटिस्फाई हिज सेंस ऑफ ह्यूमर। मजाक दे विच ये कई बार बहुत ज़्यादा बड़ा क्राइम कर जाते हैं। नैक्सट है लाइक्स मोमेंटरी प्लेजर। इसका मतलब ये है कि यह बच्चे प्लेजर प्रिंसीपल ते काम करते हैं जिस दे विच चाइल्ड लव्स टू हैव मोमेंटरी प्लेजर्स।
तुरंत खुशी मिलनी चाहिए है, इस द प्रिंसिपल ते बच्चे काम करते हैं एंड डज नॉट सबड्यू हिज प्लेजर सीकिंग इंपल्सिस फॉर सम मोर अबाइडिंग गेन्स इन फ्यूचर। ਜਦੋਂ अगर इन्होंने कोई फ्यूचर ਦੇ ਵਿੱਚ ਹੋਰ ਜ਼ਿਆਦਾ ਵੱਡਾ ਕੋਈ ਫਾਇਦਾ ਜਾਂ ਖੁਸ਼ੀ ਮਿਲਣੀ ਹੈ ਉਸ ਨੂੰ ਇਹ ਧਿਆਨ 'ਚ ਨਹੀਂ ਰੱਖਦੇ, ਇਹ ਮੋਮੈਂਟਰੀ ਪਲੇਜਰ ਹੁਣ ਐਟ ਦੈਟ ਮੂਮੈਂਟ ਇਹ ਖੁਸ਼ ਹੋਣਾ ਚਾਹੁੰਦੇ ਨੇ, ਚਾਹੇ ਇਸ ਨੂੰ ਅੱਗੇ ਜਾ ਕੇ ਉਸ ਦਾ ਨੁਕਸਾਨ ਹੀ ਹੋਵੇ। ਨੈਕਸਟ ਹੈ ਪੂਅਰ ਸੁਪਰ ਈਗੋ। ਤਾਂ ਸੁਪਰ ਈਗੋ ਜਿਹੜੀ ਹੈ ਇਹਨਾਂ ਦੇ ਵਿੱਚ ਬਹੁਤ ਪੂਅਰ ਹੁੰਦੀ ਹੈ। ਸੁਪਰ ਈਗੋ ਸਰਵਸ ਚੈੱਕ ਔਨ ਦਾ ਬਿਹੇਵੀਅਰ ਆਫ ਦਾ ਇੰਡੀਵਿਜੂਅਲ। ਸੁਪਰ ਈਗੋ ਹੁੰਦੀ ਹੈ ਜੋ ਇੱਕ ਵਿਅਕਤੀ ਨੂੰ ਗਲਤ ਕੰਮ ਕਰਨ ਤੋਂ ਰੋਕਦੀ ਹੈ, ਜੋ ਦੱਸਦੀ ਹੈ ਕਿ ਕਿਆ ਸਹੀ ਹੈ ਔਰ ਕਿਆ ਗਲਤ ਹੈ। ਔਰ ਜਦੋਂ ਚਾਈਲਡ ਹੈਜ਼ नो ਫੀਅਰ ਆਫ ਬੀਇੰਗ ਡਿਟੈਕਟਡ ਬਾਈ ਐਨੀਬਡੀ, ਜਦੋਂ ਬੱਚੇ ਨੂੰ ਇਹ ਡਰ ਨਹੀਂ ਹੁੰਦਾ ਕਿ ਕੋਈ ਉਸ ਨੂੰ ਦੇਖ ਰਿਹਾ ਹੈ, ਤਾਂ ਹੈਜ਼ no inner check in inner self, ਚਾਈਲਡ ਈਜ਼ੀਲੀ ਲੀਡ ਟੂ ਕਮਿਟ ਦਾ ਐਂਟੀ ਸੋਸ਼ਲ ਐਕਟ। ਜਦੋਂ ਬੱਚੇ ਨੂੰ ਲੱਗਦਾ ਕਿ ਮੈਨੂੰ ਕੋਈ ਦੇਖ ਨਹੀਂ ਰਿਹਾ ਔਰ ਜਿਹੜੀ ਇਨਰ ਸੈਲਫ ਹੈ ਸੁਪਰ ਈਗੋ ਹੈ ਉਹ ਵੀ ਉਹਦੇ ਚੈੱਕ ਨਹੀਂ ਕਰ ਰਹੀ, ਤਾਂ ਫਿਰ ਜਿਹੜਾ ਹੈ ਬੱਚਾ ਐਂਟੀ ਸੋਸ਼ਲ ਐਕਟ ਆਰਾਮ ਨਾਲ ਕਰ ਲੈਂਦਾ ਹੈ। ਨੈਕਸਟ ਹੈ ਇਮੋਸ਼ਨਲ ਡਿਸਆਰਗੇਨਾਈਜੇਸ਼ਨ। ਇਹ ਬੱਚੇ ਜਿਹੜੇ ਹੈ ਉਹ ਇਮੋਸ਼ਨਲੀ ਡਿਸਆਰਗੇਨਾਈਜ਼ਡ ਹੁੰਦੇ ਨੇ, ਇਨਡਿਫਰੈਂਟ ਟੂ ਆਲ ਪਲੇਜਰ ਐਂਡ ਪੇਨਸ। ਸਾਰੇ ਖੁਸ਼ੀ ਔਰ ਗਮ ਤੋਂ ਜਿਹੜੇ ਹੈਗੇ ਨੇ ਇਨਡਿਫਰੈਂਟ ਹੁੰਦੇ ਨੇ ਜੋ ਦੂਸਰਿਆਂ ਨੂੰ ਹੋ ਰਹੇ ਹੈ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਦੂਸਰਾ ਇਹਨਾਂ ਦੇ ਕੰਮ ਦੇ ਨਾਲ ਖੁਸ਼ ਹੋ ਰਿਹਾ ਹੈ ਜਾਂ ਉਸ ਨੂੰ ਦੁੱਖ ਹੋ ਰਿਹਾ ਹੈ। Next है neurotic symptoms. These children show the neurotic symptoms arising from the frustration of erotic impulses. इन्होंने बच्चों को frustration बहुत ज़्यादा होती है। Delinquents undergo considerable and significant changes and just become abnormal. और frustration के कारण या impulses के कारण ये बच्चे जो हैं वो abnormal हो जाते हैं and therefore these children did not find their fault and difficulties. इसी करके इन्होंने लगता है कि जो ਅਸੀਂ कर रहे हैं वो ठीक कर रहे हैं, हालांकि वो जो हैगा वो काम गलत होंगे, उन्होंने आप के लिए भी गलत होंगे और समाज के लिए भी वो चीज़ गलत होंगी है। नेक्स्ट एंटी सोशल एटीट्यूड। दिस चिल्ड्रन आर गिल्टी ऑफ ऑफेंसेस लाइक स्टीलिंग, चोरी करना, वायलेंस, गैम्बलिंग, सेक्सुअल ऑफेंसेस एक्सेट्रा, कॉलिंग फॉर ऑफिशियल एक्शन। इन्होंने खिलाफ ये ऑफिशियल एक्शन हो सकता है जो हो गया होंगे है एंड लीगल प्रोसीडिंग चलती है इन्होंने खिलाफ। और एंटी सोशल टेंडेंसीज आर सो ग्रेव दैट द चाइल्ड बिकम और ऑट टू बिकम द सब्जेक्ट ऑफ द ऑफिशियल एक्शन। और एंटी सोशल जो टेंडेंसीज इन्नी ज़्यादा होंगे ने कि जो बच्चा है वो उसके खिलाफ एक्शन आप लै सकते हैं। नैक्सट है डिसऑर्गेनाइज थिंकिंग। जिवें पहला भी गल करी है कि यह कंक्रीट लैवल पर सोचते हैं, एब्सट्रैक्शन तो नहीं सोच सकते। थिंकिंग ऑफ दिस चिल्ड्रन डिसऑर्गेनाइज्ड एंड अनसिस्टमैटिक, देयरफॉर देयर कंक्लूजन्स आर रॉन्ग। अनसिस्टमैटिक और डिसऑर्गेनाइज्ड होने के कारण ਜਿਹੜੇ ਇਹ कंक्लूजन्स ਲੈਂਦੇ ਨੇ, जो डिसीजन ਲੈਂਦੇ ਨੇ ਉਹ गलत भी हो सकते हैं और इलॉजिकल होंगे ने। चाइल्ड टेक डिसीजन एंड एक्ट ऑन द स्पर ऑन द मोमेंट एंड देयरफॉर डज नॉट अपीयर अ वेल नेट प्री प्लान। इस करके जो ये इलॉजिकल है, अनसिस्टमैटिक एंड डिसऑर्गेनाइज्ड है, ਤਾਂ ਫਿਰ ਜਿਹੜੇ ਇਹਨਾਂ ਦੇ ਪਲਾਨਸ ਹੁੰਦੇ ਨੇ ਉਹ ਵੀ ਠੀਕ ਨਹੀਂ ਹੁੰਦੇ। ਨੈਕਸਟ ਹੈ ਡੇਵੀਏਸ਼ਨ। These children deviate from the normal children in social, moral, intellectual, etc. aspects and this deviation is so grave that demand proper attention। ਇਹ ਬੱਚੇ ਬਾਕੀ ਬੱਚਿਆਂ ਤੋਂ ਬਹੁਤ ਸਾਰੇ ਪੱਖਾਂ ਤੋਂ ਅਲੱਗ ਹੁੰਦੇ ਨੇ, ਜਿਵੇਂ ਸਮਾਜਿਕ ਤੌਰ ਤੇ, ਮੋਰਲੀ, ਇੰਟੈਲੈਕਚੁਅਲ ਲੈਵਲ ਤੇ ਅਲੱਗ-ਅਲੱਗ ਹੁੰਦੇ ਨੇ, ਇਸ ਕਰਕੇ ਇਹਨਾਂ ਬੱਚਿਆਂ ਨੂੰ ਖਾਸ ਧਿਆਨ ਦੀ ਜ਼ਰੂਰਤ ਹੁੰਦੀ ਹੈ। ਨੈਕਸਟ ਹੈ ਹਾਰਮਫੁਲ ਬਿਹੇਵੀਅਰ। ਆਪਾਂ ਪਹਿਲਾਂ ਵੀ ਗੱਲ ਕਰੀਏ ਕਿ ਇਹਨਾਂ ਬੱਚਿਆਂ ਦੇ ਜਿਹੜੇ एक्ट होंगे ने, एक्टिविटीज़ होंदियां ने, वो इन्हां दे आप दे लिए नुकसानदायक होंदियां ने और बाकी दूसरों के लिए भी नुकसानदायक होंदियां ने। इकोनॉमिक कंडीशन। These children generally belong to the poor families। आम तौर पर ये जो बच्चे होंगे ने डेलिक्वेंट बच्चे वो गरीब घरों तो आते हैं because parents are unable to fulfill their needs। क्योंकि जो पेरेंट्स हैं वो इन्हां बच्चों की जरूरतों को पूरा नहीं कर सकते और फिर ये बच्चे अपनी जरूरतों को पूरा करने के लिए एंटी सोशल एक्टिविटीज़ के विच इन्वॉल्व हो जाते हैं। नैक्सट है एक्टिव एंड एनर्जेटिक। जिवें आप पहले भी गल करी फिजिकल तौर पर कि ये बच्चे बहुत ज़्यादा फिजिकली फिट होंगे ने, इस करके ये एक्टिव होंगे ने, रेस्टलैस होंगे ने, एनर्जेटिक होंगे ने। दे हैव स्ट्रॉन्ग स्पिरिट ऑफ एडवेंचर। एडवेंचरस काम करने दे विच ये ज़्यादा इंटरेस्ट शो करते हैं। समटाइम्स दे आर काइंड, थॉटफुल, कंसीडरेट एंड ट्रस्टवर्दी। और कई बार हो सकता है कि ये बच्चे जो हैं काइंड और ट्रस्टवर्दी भी हो सकते हैं। शाई एंड क्वाइट। दीज डेलिक्वेंट्स आर सेल्फिश एंड लैक इन कंसिडरेशन और थॉट ऑफ अदर्स। दूसरों के बारे नहीं सोचते। They are hard in nature internally, how they bear a smiling face। चाहे इन्हां दा जिहड़ा फेस है स्माइलिंग फेस होंदा है, लेकिन फिर भी ये जिहड़े हैं वो हार्ड होंदे ने इंटरनली। They are victim of loveless upbringing। इन्हां दे जिहड़ा पालन पोषण होया है उस दे विच किते ना किते कोई कमी रह गई और उन्हां नूं जिहड़ा है वो प्यार नहीं मिलिया हुंदा। एंड hardened by rejections or lack of affection or separation from the parents। या तो इन्हां बच्चों नूं जिहड़े हैं बहुत बारी रिजेक्ट होए हुंदे ने, ये बच्चे बहुत बारी फेल हो सकते हैं बच्चे। लैक ऑफ अफेक्शन हो सकता है इन्हां बच्चों का कारण जिहड़ा है और सैपरेशन फ्रॉम पेरेंट्स। कई बार जिहड़े पेरेंट्स वो भी बच्चों को अपने आप तो अलग कर देते हैं। बच्चे जो छोटे होंगे ने, जिवें होस्टल च पा देंगे, उत्थे बच्चों को पूरा प्यार नहीं मिल सकता।
Thank you.